ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਪਾਤਸ਼ਾਹ ਕਹਿੰਦੇ ਜਿਹੜੀ ਇਹ ਸੰਗਤ ਹੈ ਨਾ ਗੁਰਮੁਖੋ, ਬੇਸ਼ੱਕ ਆਪਾਂ ਨੂੰ ਟੈਕਨੋਲੋਜੀ ਦੇ ਜ਼ਰੀਏ ਫੋਨ ਦੇ ਉੱਤੇ ਬੈਠੇ ਘਰ ਘਰ ਆਪਾਂ ਸੰਗਤ ਕਰ ਰਹੇ ਹਾਂ, ਨਹੀਂ ਅਸੀਂ ਕਿਤੇ ਆ ਰਹੇ, ਨਹੀਂ ਕਿਤੇ ਅਸੀਂ ਜਾ ਰਹੇ, ਪਰ ਇਹ ਸੰਗਤ ਗੁਰਮੁਖ ਪਿਆਰਿਓ, ਪਾਤਸ਼ਾਹ ਕਹਿੰਦੇ ਸੰਗਤ ਹੈ ਜਿੱਥੇ ਦੋ ਚਾਰ ਜੀਵ ਇਕੱਠੇ ਹੋ ਕੇ ਉਸ ਪਿਤਾ ਪਰਮਾਤਮਾ ਦੀ ਵਡਿਆਈ ਕਰਦੇ ਆ, ਮਾਲਕ ਦੀਆਂ ਗੱਲਾਂ ਕਰਦੇ ਆ, ਮਾਲਕ ਦੀ ਸਿਫਤ ਤੇ ਸਲਾਹ ਕਰਦੇ ਆ। ਗੁਰਮੁਖ ਪਿਆਰਿਓ, ਉਹ ਸਤ ਸੰਗਤ ਹੈ। ਜਿਸ ਸੰਗਤ ਦੇ ਵਿੱਚ ਮਾਲਕ ਦੀ ਗੱਲ ਨਹੀਂ ਹੁੰਦੀ, ਪਰ ਉੱਦਾਂ ਸੰਗਤ ਜੁੜ ਕੇ ਬਹਿ ਗਈ, ਉਸ ਨੂੰ ਸਤ ਸੰਗਤ ਨਹੀਂ ਕਹਿੰਦੇ। ਪਾਤਸ਼ਾਹ ਕਹਿੰਦੇ ਸਤ ਸੰਗਤ ਏਦਾਂ ਦੀ ਹੋਵੇ। ਫਿਰ ਭਗਤ ਜਨ ਪੁੱਛ ਲੈਂਦੇ ਆ ਕਿ ਪਾਤਸ਼ਾਹ ਸਤ ਸੰਗਤ ਕਿੱਦਾਂ ਦੀ ਹੋਵੇ। ਪਾਤਸ਼ਾਹ ਗੁਰਬਾਣੀ ਦੇ ਵਿੱਚ ਫਿਰ ਸਮਝਾਉਂਦੇ ਆ, ਸਤ ਸੰਗਤ ਕੈਸੀ ਜਾਣੀਏ, ਵੀ ਕਿੱਦਾਂ ਦੀ ਜਾਣੀਏ। ਪਾਤਸ਼ਾਹ ਕਹਿੰਦੇ ਜਿੱਥੇ ਏਕੋ ਨਾਮ ਬਖਾਣੀ, ਕਹਿੰਦੇ ਸੰਗਤ ਉੱਦਾਂ ਦੀ ਹੋਵੇ ਜਿਸ ਸੰਗਤ ਦੇ ਵਿੱਚ ਸਿਰਫ ਤੋਂ ਸਿਰਫ ਉਸ ਮਾਲਕ ਪਿਤਾ ਪਰਮਾਤਮਾ ਦੇ ਗੁਣ ਗਾਏ ਜਾਂਦੇ ਹੋਣ। ਕਹਿੰਦੇ ਉੱਦਾਂ ਦੀ ਸਤ ਸੰਗਤ ਹੋਵੇ। ਗੁਰਮੁਖ ਪਿਆਰਿਓ, ਪਾਤਸ਼ਾਹ ਨੇ ਕਿਰਪਾ ਕੀਤੀ, ਮਿਹਰ ਕੀਤੀ, ਆਪਾਂ ਉਸ ਮਾਲਕ ਦੇ ਗੁਣ ਗਾਉਣ ਦੇ ਲਈ ਇਕੱਤਰ ਹੋਏ ਹਾਂ। ਅਤੇ ਜੇ ਅਸੀਂ ਮਾਲਕ ਦੇ ਦਰ ਤੇ ਇਕੱਠੇ ਹੋ ਕੇ ਕੂਕ ਪਕਾਰ ਕਰਾਂਗੇ, ਤਾਂ ਫਿਰ ਇਹ ਨਹੀਂ ਹੈ ਗੁਰਮੁਖ ਪਿਆਰਿਓ ਕਿ ਸਾਡੀ ਕੂਕ ਪਕਾਰ ਹੈ ਉਹ ਉੱਦਾਂ ਹੀ ਚਲੀ ਜਾਏਗੀ। ਨਹੀਂ, ਸਾਡਾ ਪਿਤਾ ਬੜਾ ਦਿਆਲੂ ਤੇ ਬੜਾ ਕਿਰਪਾਲੂ ਹੈ, ਸਾਡੀ ਆਵਾਜ਼ ਨੂੰ ਸੁਣਦਾ ਹੈ, ਸਾਡੀ ਆਵਾਜ਼ ਨੂੰ ਸੁਣਦਾ ਹੈ। ਗੁਰਮੁਖ ਪਿਆਰਿਓ, ਪਾਤਸ਼ਾਹ ਗੁਰਬਾਣੀ ਦੇ ਵਿੱਚ ਦੱਸਦੇ ਆਪਾਂ ਨੂੰ, ਜੇ ਦਰ ਮੰਗਤ ਕੂਕ ਕਰੈ, ਤਾਂ ਮਹਿਲੀ ਖਸਮ ਸੁਣੇ। ਕਹਿੰਦੇ ਜਦੋਂ ਅਸੀਂ ਦਰ ਤੇ ਬਹਿ ਕੇ ਕੂਕ ਕਰਦੇ ਹਾਂ, ਪੁਕਾਰ ਕਰਦੇ ਹਾਂ, ਤਾਂ ਗੁਰਮੁਖ ਪਿਆਰਿਓ ਸਾਡਾ ਪਿਤਾ ਪਰਮਾਤਮਾ ਮਹਿਲਾਂ ਦੇ ਵਿੱਚ ਬਹਿ ਕੇ ਉਸ ਪੁਕਾਰ ਨੂੰ ਸੁਣਦਾ। ਪਰ ਸ਼ਰਤ ਹੈ ਇੱਕ, ਕਿ ਸਾਨੂੰ ਪੁਕਾਰ ਕਰਨੀ ਆਉਂਦੀ ਹੋਵੇ, ਸਾਡੀ ਅੰਦਰੋਂ ਹੂਕ ਨਿਕਲੀ ਹੋਵੇ, ਅਸੀਂ ਅੰਦਰੋਂ ਉਸ ਮਾਲਕ ਨੂੰ ਯਾਦ ਕੀਤਾ ਹੋਵੇ। ਜਦੋਂ ਅਸੀਂ ਅੰਦਰੋਂ ਯਾਦ ਕਰਦੇ ਹਾਂ ਨਾ, ਫਿਰ ਪਾਤਸ਼ਾਹ ਕਹਿੰਦੇ ਪੁੱਤ ਤੇਰਾ ਅੰਦਰੋਂ ਯਾਦ ਕੀਤਾ ਹੋਇਆ, ਅੰਦਰੋਂ ਬੇਨਤੀ ਜੋਦੜੀ ਕੀਤੀ ਹੋਈ, ਇਹ ਵਿਰਥੀ ਨਹੀਂ ਜਾਂਦੀ। ਇਹ ਕਹਿੰਦੇ ਵਿਰਥੀ ਨਹੀਂ ਜਾਂਦੀ ਜੇ ਤੂੰ ਅੰਦਰੋਂ ਕੂਕ ਕਰਦੇ। ਜੇ ਤੂੰ ਪਖੰਡ ਕਰਦੇ ਫਿਰ ਨਹੀਂ। ਪਾਤਸ਼ਾਹ ਕਹਿੰਦੇ ਵਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਕਹਿੰਦੇ ਉਹ ਅਰਦਾਸ ਕਦੇ ਵੀ ਗੁਰਮੁਖ ਪਿਆਰਿਓ ਬਿਰਥੀ ਨਹੀਂ ਜਾਂਦੀ। ਪਰ ਪਾਤਸ਼ਾਹ ਕਹਿੰਦੇ ਤੂੰ ਅਰਦਾਸ ਕਰਨ ਵੇਲੇ ਸਨਮੁਖ ਹੋ ਜਾ ਕਰ। ਅਰਦਾਸ ਕਰਨ ਵੇਲੇ ਸਨਮੁਖ ਹੋ ਜਾ ਕਰ, ਗੁਰੂ ਦੀ ਮੱਤ ਲੈ ਲਿਆ ਕਰ। ਗੁਰੂ ਦੀ ਮੱਤ ਦੇ ਨਾਲ ਗੁਰਮੁਖ ਪਿਆਰਿਓ ਆਪਾਂ ਉਸ ਮਾਲਕ ਦੇ ਦਰ ਦੇ ਉੱਤੇ ਕੂਕ ਕਰਕੇ ਪੁਕਾਰ ਪਹਿਚਾ ਸਕਦੇ ਹਾਂ। ਅਤੇ ਜਿਹੜੀ ਸਾਡੀ ਪੁਕਾਰ ਉੱਥੇ ਜਾਂਦੀ ਨਹੀਂ, ਉਹਦਾ ਕਾਰਨ ਕੀ ਹੈ?
ਉਹਦਾ ਕਾਰਨ ਇਹ ਹੈ ਗੁਰਮੁਖ ਪਿਆਰਿਓ, ਅਸੀਂ ਇਹਨਾਂ ਪੰਜਾਂ ਦੇ ਵਸ ਹੋ ਗਏ। ਇਹਨਾਂ ਪੰਜਾਂ ਨੇ ਸਾਡੀ ਮੱਤ ਮਾਰ ਦਿੱਤੀ। ਅਸੀਂ ਇਹਨਾਂ ਪੰਜਾਂ ਦੇ ਵਸ ਹੋ ਕੇ ਜੋ ਕੁਝ ਕਰਦੇ ਹਾਂ ਉਹ ਕਰਦੇ ਹਾਂ। ਅਸੀਂ ਕਦੇ ਗਹਿਰਾਈ ਨਾਲ ਨਹੀਂ ਸੋਚਿਆ। ਜਿਹੜੇ ਇਹ ਵਿਚਾਰ ਆਉਂਦੇ ਹੈ, ਫੁਰਨੇ ਆਉਂਦੇ ਹੈ, ਸਾਡੇ ਲੜਾਈ ਝਗੜੇ ਹੁੰਦੇ ਆ ਇੱਕ ਦੂਜਿਆਂ ਦੇ ਨਾਲ। ਵੱਡੇ ਵੱਡਿਆਂ ਨੇ ਵੀ ਕਦੇ ਅੰਦਰ ਨਹੀਂ ਉਤਰ ਕੇ ਵੇਖਿਆ, ਅੰਦਰ ਝਾਤ ਮਾਰ ਕੇ ਨਹੀਂ ਵੇਖੀ। ਗੁਰਮੁਖੋ, ਇਹ ਸਾਡੀ ਲੜਾਈ ਝਗੜੇ ਨਹੀਂ ਹੈ। ਜੋ ਫੁਰਨੇ ਮਨ ਲੈ ਰਹੇ ਨਾ, ਉਹ ਮਨ ਆਪਣੀ ਮਰਜ਼ੀ ਨਾਲ ਫੁਰਨੇ ਨਹੀਂ ਲੈਂਦਾ। ਇਹ ਵਿਚਾਰ, ਇਹ ਫੁਰਨੇ ਮਨ ਆਪਣੀ ਮਰਜ਼ੀ ਨਾਲ ਨਹੀਂ ਲੈਂਦਾ। ਮਨ ਨੂੰ ਵਿਚਾਰ ਫੁਰਨੇ ਦੇਣ ਵਾਲੀ ਕੋਈ ਹੋਰ ਸੰਸਥਾ ਹੈ। ਉਹਨਾਂ ਦੀ ਡਿਊਟੀ ਇਸੇ ਕੰਮ ਤੇ ਲੱਗੀ ਹੋਈ ਹੈ। ਜਦੋਂ ਉਹਨਾਂ ਦੀ ਡਿਊਟੀ ਹੈ ਸਾਡੇ ਸਵਾਸ ਲੁੱਟਣੀ, ਉਹ ਸਵਾਸ ਤਾਂ ਹੀ ਲੁੱਟਣਗੇ ਜੇ ਸਾਡੇ ਅੰਦਰ ਵਿਚਾਰ ਛੱਡਣਗੇ। ਜਦੋਂ ਵੀ ਆਪਣੇ ਉੱਤੇ ਕਾਲ ਦੇ ਏਜੰਟ ਅਟੈਕ ਕਰਦੇ ਆ, ਉਦੋਂ ਗੁਰਮੁਖ ਪਿਆਰਿਓ, ਇਹ ਸਿਰਫ ਕਾਹਦਾ ਅਟੈਕ ਕਰਦੇ ਆ? ਵਿਚਾਰਾਂ ਦਾ। ਬੜੇ ਗੰਦੇ ਏਦਾਂ ਦੇ ਵਿਚਾਰ ਜਿਨ੍ਹਾਂ ਦਾ ਸਾਡੇ ਨਾਲ ਕੋਈ ਲਾਗਾ ਦੇਗਾ ਵੀ ਨਹੀਂ। ਅਸੀਂ ਪਿਛੋਕੜ ਵੀ ਕਦੇ ਉੱਥੇ ਗਏ ਹੀ ਨਹੀਂ, ਅੱਗੇ ਵੀ ਆਪਾਂ ਨੇ ਕਿਤੇ ਉੱਥੇ ਜਾਣਾ ਨਹੀਂ। ਏਦਾਂ ਦੇ ਭੈੜੇ ਤੇ ਗੰਦੇ ਵਿਚਾਰ ਸਾਡੇ ਅੰਦਰ ਇਹ ਏਜੰਟ ਧੱਕੀ ਜਾਂਦੇ ਆ, ਧੱਕੀ ਜਾਂਦੇ ਆ, ਧੱਕੀ ਜਾਂਦੇ ਆ। ਵੀ ਇਹ ਕਿਤੇ ਮਾਲਕ ਦਾ ਨਾਮ ਨਾ ਲੈ ਲੈਣ, ਆਪਣੇ ਸਵਾਸ ਨੂੰ ਕਿਤੇ ਸਫਲਾ ਨਾ ਕਰ ਲੈਣ। ਅਸੀਂ ਇਹਨਾਂ ਦੇ ਸਵਾਸ ਲੁੱਟ ਲਏ। ਇਸ ਤਰੀਕੇ ਨਾਲ ਆਪਣੇ ਇਹ ਸਵਾਸ ਲੁੱਟਦੇ ਆ। ਜੇ ਤੇ ਗੁਰਮੁਖੋ ਉਸ ਸਵਾਸ ਦੇ ਵਿੱਚ ਅਸੀਂ ਉਸ ਪਿਤਾ ਪਰਮਾਤਮਾ ਦੀ ਸਾਨੂੰ ਯਾਦ ਆ ਗਈ, ਉਹ ਸਵਾਸ ਸਾਡੇ ਉਹਨਾਂ ਚੋਰਾਂ ਦੇ ਲੁੱਟਣ ਤੋਂ ਬਚ ਗਏ। ਜਿਹੜੇ ਸਵਾਸ ਦੇ ਵਿੱਚ ਸਾਨੂੰ ਪਿਤਾ ਪਰਮਾਤਮਾ ਦੀ ਯਾਦ ਨਹੀਂ ਆਈ, ਉਹ ਸਵਾਸ ਸਾਡੇ ਉਹਨਾਂ ਚੋਰਾਂ ਨੇ ਲੁੱਟ ਲਏ। ਸਾਨੂੰ ਉਸ ਦਾ ਫਿਰ ਹਿਸਾਬ ਕਿਤਾਬ ਦੇਣਾ ਪਊਗਾ। ਉਸ ਦਾ ਲੇਖਾ ਜੋਖਾ ਫਿਰ ਧਰਮ ਰਾਜ ਨੂੰ ਦੇਣਾ ਪਊਗਾ। ਜਦੋਂ ਫਿਰ ਚਿੱਤਰਗੁਪਤ ਹੁਕਮ ਧਰਮਰਾਜ ਦਾ ਵਜਾ ਕੇ ਸਾਡੇ ਕੋਲੋਂ ਲੇਖਾ ਜੋਖਾ ਪੁੱਛਣਗੇ, ਉਦੋਂ ਫਿਰ ਸਾਡਾ ਕਿਸੇ ਨੇ ਪੜਦਾ ਨਹੀਂ ਢਕਣਾ। ਗੁਰਮੁਖ ਪਿਆਰੇ, ਹੁਣ ਤੇ ਅਸੀਂ ਸੱਜੇ ਤੇ ਖੱਬੇ ਦੇਖ ਲੈਂਦੇ ਹਾਂ ਨਾ, ਵੀ ਸਾਨੂੰ ਕੋਈ ਦੇਖਦਾ ਜਾਂ ਨਹੀਂ ਦੇਖਦਾ, ਪਰ ਉੱਥੇ ਦਰਗਾਹ ਦੇ ਵਿੱਚ ਕਿਸੇ ਨੇ ਸਾਡਾ ਪੜਦਾ ਨਹੀਂ ਢਕਣਾ। ਇਹ ਸ਼ਬਦ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਪਸ਼ਟ ਕਰ ਦਿੱਤਾ। ਪਾਤਸ਼ਾਹ ਗੁਰਬਾਣੀ 'ਚ ਦੱਸਦੇ ਹੈ, ਚਿੱਤਰਗੁਪਤ ਜਦ ਲੇਖਾ ਮੰਗੈ, ਕੌਣ ਪੜਦਾ ਤੇਰਾ ਢਾਕੈ। ਇਹ ਉਦੋਂ ਕਹਿੰਦੇ ਤੇਰਾ ਇਹ ਪੜਦਾ ਕੌਣ ਢਕੇਗਾ। ਇਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਗੁਰਮੁਖ ਪਿਆਰਿਓ। ਅਸੀਂ ਦੁਨੀਆ ਦੇ ਜੀਵਾਂ ਕੋਲੋਂ, ਨਾਲ ਦੇ ਸੰਗੀ ਸਾਥੀਆਂ ਕੋਲੋਂ ਇਹ ਪੜਦਾ ਪਾ ਲੈਂਦੇ ਹਾਂ, ਇਹ ਛੁਪਾ ਲੈਂਦੇ ਹਾਂ। ਪਰ ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਉਸ ਤੋਂ ਨਹੀਂ ਛੁਪਾ ਸਕਦੇ ਅਸੀਂ। ਉਹ ਤੇ ਘਟ ਘਟ ਦੇ ਅੰਦਰ ਦੀ ਜਾਣਦਾ, ਭਲੇ ਤੇ ਬੁਰੇ ਦੀ ਪੀੜਾ ਨੂੰ ਜਾਣਦਾ, ਅਤੇ ਉਸ ਨੇ ਦੋ ਏਜੰਟ ਸਾਡੇ ਨਾਲ ਗੁਪਤ ਛੱਡੇ ਹੋਏ ਵੀ ਆ। ਦੋ ਏਜੰਟ ਸਾਡੇ ਨਾਲ ਗੁਪਤ ਛੱਡੇ ਹੋਏ ਹੈ, ਜੋ ਦਿਨ ਤੇ ਰਾਤ ਸਾਡੇ ਪਿੱਛੇ ਲੱਗੇ ਹੋਏ ਆ। ਸਾਨੂੰ ਨਹੀਂ ਦਿਖਦੇ, ਉਹ ਸਾਨੂੰ ਨਹੀਂ ਦਿਖਦੇ। ਸਾਡੇ ਵਡੇਰੂਆਂ ਨੇ ਵੀ ਨਹੀਂ ਦੇਖੇ, ਸਾਡੇ ਬੱਚਿਆਂ ਨੂੰ ਵੀ ਨਹੀਂ ਦਿਖਦੇ। ਪਰ ਕਿਹਨਾਂ ਨੇ ਦੇਖੇ ਆ? ਇਹ ਉਹਨਾਂ ਨੇ ਦੇਖੇ ਆ ਗੁਰਮੁਖ ਪਿਆਰਿਓ, ਜਿਨ੍ਹਾਂ ਦਾ ਮਨ ਸੁੱਤਾ ਪਿਆ ਜਾਗ ਗਿਆ, ਜਿਨ੍ਹਾਂ ਦਾ ਮਨ ਜਾਗ ਕੇ ਉਸਨੇ ਮਾਲਕ ਦੇ ਨਾਲ ਮਿਲਾਪ ਕਰ ਲਿਆ, ਜਿਨ੍ਹਾਂ ਜੀਵਾਂ ਨੇ ਮਾਲਕ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ,
ਫਿਰ ਉਹਨਾਂ ਜੀਵਾਂ ਦੀ ਦਿਵ ਦ੍ਰਿਸ਼ਟੀ ਹੋ ਗਈ ਗੁਰਮੁਖ ਪਿਆਰਿਓ, ਦਿਵ ਦ੍ਰਿਸ਼ਟੀ। ਫਿਰ ਉਹਨਾਂ ਜੀਵਾਂ ਨੇ ਇਸ ਕਹਾਣੀ ਨੂੰ ਸਮਝਿਆ, ਇਸ ਕਹਾਣੀ ਨੂੰ ਜਾਣਿਆ, ਇਸ ਕਹਾਣੀ ਨੂੰ ਦੇਖਿਆ। ਫਿਰ ਸਾਨੂੰ ਸਾਡੇ ਉਹ ਗੁਰੂਆਂ ਨੇ ਇਹ ਕਹਾਣੀ ਸਾਡੇ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਸਾਈ ਹੈ। ਹੁਣ ਅਸੀਂ ਹਰ ਵੇਲੇ ਇਹ ਧਿਆਨ ਰੱਖਣਾ ਕਿ ਅਸੀਂ ਚੰਗੇ ਮਾੜੇ ਕਰਮ ਜੋ ਕਰਦੇ ਹਾਂ ਇਹ ਸਾਡੇ ਛੁਪ ਨਹੀਂ ਸਕਦੇ, ਕਿਉਂਕਿ ਮਾਲਕ ਨੇ ਚਿੱਤਰ ਤੇ ਗੁਪਤ ਸਾਡੇ ਨਾਲ ਛੱਡੇ ਹੋਏ ਹੈ। ਹਰ ਘੜੀ ਹਰ ਪਲ ਉਹ ਸਾਡੇ ਚੰਗੇ ਤੇ ਮਾੜੇ ਕਰਮਾਂ ਦਾ ਲੇਖਾ ਜੋਖਾ ਲਿਖ ਕੇ ਧਰਮ ਰਾਜ ਤੱਕ ਪਹੁੰਚਾਉਣ ਦੀ ਉਹਨਾਂ ਦੀ ਡਿਊਟੀ ਹੈ। ਹੁਣ ਜਦੋਂ ਗੁਪਤ ਇੱਕ ਬੰਦੇ ਦੀ ਨਿਗਾਹ ਵਾਸਤੇ ਅਸੀਂ 2 ਬੰਦੇ ਰੱਖ ਦਿੱਤੇ ਅਤੇ ਉਹ ਬੰਦੇ ਉਹਨੂੰ ਦਿਖਾਈ ਵੀ ਨਹੀਂ ਦੇ ਰਹੇ, ਏਦਾਂ ਦੀ ਖੁਫੀਆ ਏਜੰਸੀ ਮਾਲਕ ਦੀ ਐਡੀ ਵੱਡੀ ਖੁਫੀਆ ਏਜੰਸੀ ਕਿ ਉਹ ਦਿਖਾਈ ਵੀ ਨਹੀਂ ਦਿੰਦੇ। ਆਪਦੇ ਆਪ ਨੂੰ ਜੀਵ ਆਲੇ ਦੁਆਲੇ ਦੇਖ ਕੇ ਸਮਝਦਾ ਕਿ ਮੈਂ ਇਕੱਲਾ, ਮੇਰੇ ਕੋਲ ਕੋਈ ਨਹੀਂ ਮੈਨੂੰ ਦੇਖਦਾ। ਫਿਰ ਦੇਖੋ, ਜਦੋਂ ਅਸੀਂ ਆਪਣੇ ਆਪ ਨੂੰ ਇਕੱਲੇ ਮਹਿਸੂਸ ਕਰਦੇ ਹਾਂ ਉਦੋਂ ਇੱਕ ਨਹੀਂ ਅਨੇਕਾਂ ਗਲਤੀਆਂ ਕਰ ਜਾਂਦੇ ਹਾਂ, ਅਤੇ ਉਹ ਗਲਤੀਆਂ ਉਹ ਚਿੱਤਰ ਤੇ ਗੁਪਤ ਦੋਨੋਂ ਨੋਟ ਕਰਦੇ ਆ। ਇੱਥੋਂ ਤੱਕ ਵੀ ਹੈ ਗੁਰਮੁਖ ਪਿਆਰਿਓ, ਜਿਹੜਾ ਚਿੱਤਰ ਹੈ ਨਾ, ਚਿੱਤਰ ਉਹ ਫੋਟੋਆਂ ਵੀ ਖਿੱਚਦਾ, ਤਾਂ ਉਸ ਦਾ ਨਾ ਚਿੱਤਰ ਪਾਇਆ ਗਿਆ। ਇਸ ਕਰਕੇ ਸਾਨੂੰ ਕੀ ਲੋੜ ਹੈ? ਹੁਸ਼ਿਆਰਪਣੇ ਦੀ। ਪਾਤਸ਼ਾਹ ਨੇ ਆਖਿਆ, ਕਹਿੰਦੇ ਭਲਿਆ ਤੂੰ ਸਾਵਧਾਨ ਹੋ ਜਾ, ਸਾਵਧਾਨ ਇਕਾਗਰ ਚੀਤ। ਕਹਿੰਦੇ ਤੂੰ ਸਾਵਧਾਨ ਹੋ ਜਾ, ਆਪਣੇ ਮਨ ਚਿੱਤ ਨੂੰ ਇਕਾਗਰ ਕਰ ਲੈ। ਉਹ ਤੇਰੇ ਮਗਰ ਲੱਗੇ ਆ, ਉਹਨਾਂ ਨੇ ਤੇਰੀਆਂ ਹਰਕਤਾਂ ਨੋਟ ਕਰ ਲੈਣੀਆਂ ਨੇ, ਤੂੰ ਸਾਵਧਾਨ ਹੋ ਜਾ। ਜੇ ਕਹਿੰਦੇ ਤੂੰ ਕਿਤੇ ਸਾਵਧਾਨ ਹੋ ਜਾਏਗਾ, ਫਿਰ ਪਾਤਸ਼ਾਹ ਨੇ ਬੜੀ ਵਡਿਆਈ ਅੱਗੇ ਲਿਖੀ ਹੈ। ਪਾਤਸ਼ਾਹ ਦੱਸ ਰਹੇ ਹੈ ਗੁਰਬਾਣੀ ਦੇ ਵਿੱਚ, ਸਾਵਧਾਨ ਇਕਾਗਰ ਚੀਤ ਤਾਂ ਕੋ ਦੁੱਖ ਨਾ ਭਾਈ ਮੀਤ। ਕਹਿੰਦੇ ਫਿਰ ਤੈਨੂੰ ਕੋਈ ਦੁੱਖ ਨਹੀਂ, ਮੇਰੇ ਭਰਾਵਾ, ਉਹ ਮੇਰੇ ਮਿੱਤਰਾ, ਕਹਿੰਦੇ ਤੈਨੂੰ ਕੋਈ ਦੁੱਖ ਨਹੀਂ, ਤੂੰ ਸਾਵਧਾਨ ਹੋ ਜਾ। ਹੁਣ ਗੁਰਮੁਖ ਪਿਆਰਿਓ, ਲੋੜ ਹੈ ਸਾਵਧਾਨ ਹੋਣ ਦੀ, ਤਾਂ ਕਿ ਅਸੀਂ ਉਸ ਪਿਤਾ ਪਰਮਾਤਮਾ ਦੇ ਇਸ ਖੇਲ ਨੂੰ ਸਮਝ ਸਕੀਏ ਕਿ ਸਾਡੇ ਨਾਲ ਚੰਗੀ ਤੇ ਮਾੜੀ ਕਰਨੀ ਲਿਖਣ ਵਾਲੇ